याद आउंदी है फकीरा तेरी, ओ फिर कदों मिलूंगा। याद आउंदी है फकीरा तेरी, फिर कदों मिले होणगे। याद आउंदी है फकीरा तेरी, फिर कदों मिले होणगे। याद आउंदी है फकीरा तेरी, फिर कदों मिल होणगे। मेल होणगे। याद आउंदी है फकीरा तेरी, फिर कदों मेल होणगे। याद आउंदी है फकीरा तेरी, फकीरा तेरी, फिर कदों मिले होणगे। याद आउंदी है फकीरा तेरी, फिर कदों मिले होणगे। याद आउंदी है फकीरा तेरी, फिर कदों मिले होणगे। याद आउंदी है फकीरा तेरी, फिर कदों मिले होणगे। याद आउंदी है फकीरा तेरी, फिर कदों मिले होणगे। याद आउंदी है फकीरा तेरी, फिर कदों मिले होणगे। संत साई जी अब चाल तारन हारो, जानिए नानक नाम प्यारो। परम सत्कारयोग गुरां की सज्जी नवाजी सत संगत जी, ਅੰਮ੍ਰਿਤ ਵੇਲੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਵਨ ਤੇ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰਨ ਵਾਸਤੇ ਅੰਮ੍ਰਿਤ ਵੇਲੇ ਦਾ ਸਮਾਂ ਮਹਾਰਾਜ ਨੇ ਝੋਲੀ ਵਿੱਚ ਪਾਇਆ। ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ, ਉੱਠ ਫਰੀਦਾ ਸੁੱਤਿਆ ਝਾੜੂ ਦੇ ਮਸੀਤ, ਤੂੰ ਸੁੱਤਾ ਰੱਬ ਜਾਗਦਾ ਤੇਰੀ ਡਾਢੇ ਨਾਲ ਪ੍ਰੀਤ। ਮਹਾਰਾਜ ਜੀ ਕਹਿੰਦੇ ਧੰਨ ਬਾਬਾ ਫਰੀਦ ਜੀ, ਉੱਠ ਕੇ ਪ੍ਰਮਾਤਮਾ ਦਾ ਨਾਮ ਜਪ। ਤੂੰ ਸੁੱਤਾ ਪਿਆ ਪਰਮਾਤਮਾ ਜਾਗਦਾ, ਤੂੰ ਸੁੱਤਾ ਰੱਬ ਜਾਗਦਾ। ਇਸ ਕਰਕੇ ਵੇਲਾ ਤੇਰਾ ਜਿਹੜਾ ਨਾ ਉਹ ਪੈਣ ਦਾ ਨਹੀਂ ਹੈ। ਜਿਵੇਂ ਸ਼੍ਰੋਮਣੀ ਭਗਤ ਬਾਬਾ ਕਬੀਰ ਜੀ ਮਹਾਰਾਜ ਅੰਮ੍ਰਿਤ ਵੇਲੇ ਉੱਠ ਕੇ ਰੋਜ਼ ਮਣੀਕਰਨ ਘਾਟ ਦੇ ਉੱਤੇ ਜਾਂਦੇ ਨੇ, ਜਪਤ ਵੀ ਕਰਦੇ ਨੇ, ਤਪ ਵੀ ਕਰਦੇ ਨੇ, ਨੇਮ ਵੀ ਕਰਦੇ ਨੇ, ਵਰਤ ਵੀ ਕਰਦੇ ਨੇ, ਸਭ ਕੁਝ ਕਰਦੇ ਨੇ ਭਗਤ ਕਬੀਰ ਜੀ। ਪਰ ਕਿਸੇ ਨੇ ਕਿਹਾ ਭਗਤ ਕਬੀਰ ਜੀ ਮਹਾਰਾਜ ਤੂੰ ਜਿੰਨਾ ਮਰਜੀ ਜਪ ਤਪ ਨੇਮ ਪੂਜਾ ਵਰਤ ਸਭ ਕੁਝ ਕਰੀ ਜਾ, ਉਹਨਾਂ ਤੇਰਾ ਸਫਲਾ ਨਹੀਂ ਹੈ ਜਿੰਨਾ ਚਿਰ ਤੂੰ ਕੋਈ ਗੁਰੂ ਨਹੀਂ ਧਾਰਨ ਕਰਦਾ। ਭਗਤ ਕਬੀਰ ਜੀ ਮਹਾਰਾਜ ਕਹਿਣ ਲੱਗੇ ਮੈਂ ਕਿਹਨੂੰ ਗੁਰੂ ਧਾਰਨ ਕਰਾਂ, ਮੈਂ ਤਾਂ ਸ਼ੂਦਰ ਹਾਂ, ਮੈਨੂੰ ਕੋਈ ਨੇੜੇ ਨਹੀਂ ਲਾ ਕੇ ਰਾਜੀ। ਇਸ ਸਮੇਂ ਦੇ ਜੇ ਪੂਰੇ ਗੁਰੂ ਨੇ ਤਾਂ ਉਹ ਰੇ ਸਵਾਮੀ ਰਾਮਾਨੰਦ ਜੀ ਮਹਾਰਾਜ। ਬਹੁਤ ਜ਼ਿਆਦਾ ਜਿਹੜੇ ਭਗਤ ਹੋਏ ਨੇ, ਨਾ ਸ਼ਿਸ਼ ਹੋਏ ਨੇ, ਚੇਲੇ ਹੋਏ ਨੇ, ਸਵਾਮੀ ਰਾਮਾਨੰਦ ਮਹਾਰਾਜ ਜੀ ਦੇ ਬਹੁਤੇ ਹੋਏ ਨੇ। ਮੈਨੂੰ ਸਵਾਮੀ ਰਾਮਾਨੰਦ ਜੀ ਸ਼ੂਦਰਾਂ ਨੂੰ ਹੀ ਕੁਦਰਤੀ ਗੱਲ ਆ ਉਹ ਨੇੜੇ ਲਾ ਕੇ ਰਾਜੀ ਨਹੀਂ ਹੈ, ਤੇ ਮੈਂ ਉਹਨਾਂ ਨੂੰ ਗੁਰੂ ਧਾਰਨ ਕਿਵੇਂ ਕਰਾਂ।
ਸਾਡੇ ਅੱਜ ਦੇ ਸਮੇਂ ਵਿੱਚ ਸਾਡੇ ਗੁਰੂ ਕੌਣ ਨੇ? ਪ੍ਰਤੱਖ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਅੰਮ੍ਰਿਤ ਛਕਿਆ, ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਜਦੋਂ ਪੰਜ ਪਿਆਰਿਆਂ ਨੇ ਫਿਰ ਇਹ ਕਹਿ ਦਿੱਤਾ ਵੀ ਅੱਜ ਤੋਂ ਤੇਰਾ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ, ਨਾਨਕੇ ਗੁਰੂ ਕੇ ਲਾਹੌਰ, ਵਾਸੀ ਆਨੰਦਪੁਰ ਸਾਹਿਬ ਦਾ, ਕੇਸਗੜ੍ਹ ਸਾਹਿਬ ਦਾ ਵਾਸੀ। ਇਸ ਕਰਕੇ ਮਹਾਰਾਜ ਜੀ ਕਹਿੰਦੇ ਸਤਿਗੁਰੂ ਕਾ ਜਨਮੈ ਗਵਨ ਮਿਟਾਇਆ। ਜਿਤਨੇ ਵੀ ਅੰਮ੍ਰਿਤਧਾਰੀ ਸਿੱਖ ਨੇ ਉਹਨਾਂ ਦਾ ਸਾਰਿਆਂ ਦਾ ਗੁਰੂ ਇੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ। ਇਸ ਕਰਕੇ ਸਵਾਮੀ ਰਾਮਾਨੰਦ ਮਹਾਰਾਜ ਜੀ ਕਹਿਣ ਲੱਗੇ ਮੈਨੂੰ ਤਾਂ ਫਿਰ ਉਹਨਾਂ ਨੇ ਨੇੜੇ ਨਹੀਂ ਲਾਉਣਾ, ਕਿਉਂਕਿ ਛੂਤ ਛਾਤ ਦਾ ਬਹੁਤਾ ਵਿਤਕਰਾ ਚੱਲ ਰਿਹਾ ਅੱਜ ਲੋਕ ਸਾਥੋਂ ਨਫ਼ਰਤ ਬਹੁਤੀ ਕਰ ਰਹੇ ਨੇ, ਅੱਜ ਵੀ ਕਰ ਰਹੇ ਨੇ। ਅੱਜ ਦਾ ਜਿਹੜਾ ਯੁੱਗ ਚੱਲ ਰਿਹਾ, ਉਸ ਵਕਤ ਵੀ ਬਹੁਤੀ ਨਫ਼ਰਤ ਕਰਦੇ ਸੀ, ਅੱਜ ਦੇ ਯੁੱਗ ਵੀ ਕੋਈ ਅੰਦਰ ਖਾਤੇ ਕੋਈ ਬਾਹਰ ਖਾਤੇ ਨਫ਼ਰਤ ਚੱਲ ਰਹੀ ਹੈ। ਪਰ ਜੇ ਗੁਰੂ ਦੇ ਆਸੇ ਅਨੁਸਾਰ ਚੱਲਦੇ ਹੋ ਫਿਰ ਗੁਰੂ ਸਾਹਿਬ ਜੀ ਕਹਿੰਦੇ ਨੇ ਮਾਨਸ ਕੀ ਜਾਤ ਸਭੈ ਕੈ ਪਹਿਚਾਨ ਬੋ। ਕਹਿੰਦੇ ਮਾਨਸ ਮਨੁੱਖ ਦੀ ਜਾਤ, ਜਿਵੇਂ ਛੋਟੇ ਤੌਰ ਤੇ ਹੋਰ ਲਾ ਲਓ, ਅੱਗ ਦੀ ਕੋਈ ਜਾਤ ਨਹੀਂ, ਪਾਣੀ ਦੀ ਕੋਈ ਜਾਤ ਨਹੀਂ, ਆਕਾਸ਼ ਦੀ ਕੋਈ ਜਾਤ ਨਹੀਂ, ਪੰਜ ਤੱਤਾਂ ਦਾ ਘੜਿਆ ਪੂਤਲਾ, ਇਹਦਾ ਨਾਂ ਧਰਿਆ ਬੰਦਾ। ਮਹਾਰਾਜ ਜੀ ਕਹਿੰਦੇ ਪੰਜ ਤੱਤ ਇਕੱਠੇ ਕਰਕੇ ਇਸ ਇੱਕ ਮਨੁੱਖ ਨੂੰ ਬਣਾਇਆ। ਗੁਰੂ ਤੇਗ ਬਹਾਦਰ ਮਹਾਰਾਜ ਜੀ ਹਾਮੀ ਭਰਦੇ ਨੇ, ਪਾਂਚ ਤੱਤ ਕੋ ਤਨ ਰਚਿਓ ਜਾਨੋ ਚਤਰ ਸੁਜਾਨ। ਇਹ ਕਹਿੰਦੇ ਬਹੁਤਿਆ ਚਲਾਕ ਬੰਦਿਆ, ਮਹਾਰਾਜ ਜੀ ਕਹਿੰਦੇ ਤੇਰਾ ਵੀ ਪੰਜ ਤੱਤਾਂ ਦੇ ਪੁਤਲਾ ਹੈ ਤੇ ਇੱਕ ਕੁੱਲੀ ਵਿੱਚ ਰਹਿਣ ਵਾਲੇ ਦਾ ਵੀ। ਹਾਂ, ਉਹਦਾ ਕੀ ਗੱਲ ਹੈ? ਕਰਮਾਂ ਉੱਪਰ ਨਿਬੜ। ਉਹ ਜਿਹੋ ਜੇ ਕੋਈ ਕਰਮ ਕਰਦਾ ਹੈ ਉਹੇ ਜਿਹਾ ਉਹਦਾ ਨਾਂ ਵੀ ਪੈ ਜਾਂਦਾ, ਉਹੇ ਜਿਹੀ ਉਹਦੀ ਜਾਤੀ ਵੀ ਪੈ ਜਾਂਦੀ ਹੈ। ਜੇ ਕੋਈ ਮਨੁੱਖ ਕੰਮ ਕਰਦਾ ਮਿਸਤਰੀ ਦਾ, ਮਿਸਤਰੀ ਕਹਿਣ ਲੱਗ ਪਏ। ਜੇ ਕੋਈ ਕੰਮ ਉਹਦਾ ਖੇਤੀਪਤੀ ਦਾ ਕਰਦਾ, ਉਹਨੂੰ ਜ਼ਿਮੀਂਦਾਰ ਕਹਿਣ ਲੱਗ ਪਏ। ਅੱਡੋ ਅੱਡੀ ਮਹਾਰਾਜ ਜੀ ਕਹਿੰਦੇ ਮਨੂ ਸਿਮਰਤੀਆਂ ਲਿਖੀਆਂ ਗਈਆਂ। ਉਹ ਜਦੋਂ ਮਨੂ ਸਿਮਰਤੀਆਂ ਲਿਖਿਆ ਉਦੋਂ ਜਾਤਾਂ ਵਰਣਾਂ ਦੇ ਵਿੱਚ ਸਾਨੂੰ ਵੰਡਿਆ ਗਿਆ। ਮਹਾਰਾਜ ਜੀ ਕਹਿੰਦੇ ਜਿਹੋ ਜਿਹਾ ਕੋਈ ਮਨੁੱਖ ਕਰਮ ਕਰਦਾ ਹੈ, ਮਾੜਾ ਕਰਦਾ ਉਹਨੂੰ ਮਾੜਾ ਕਿਹਾ ਜਾਂਦਾ, ਕੋਈ ਚੰਗਾ ਕਰਦਾ ਉਹਦੇ ਚੰਗਾ ਠੱਪਾ ਲੱਗ ਜਾਂਦਾ ਹੈ। ਇਸ ਕਰਕੇ ਭਗਤ ਕਬੀਰ ਜੀ ਮਹਾਰਾਜ ਕਹਿਣ ਲੱਗੇ ਮੈਂ ਨਾਮ ਵੀ ਜਪਦਾ, ਮੈਂ ਜਪ ਵੀ ਕਰਦਾ, ਮੈਂ ਤਪ ਵੀ ਕਰਦਾ, ਮੈਂ ਸੇਵਾ ਵੀ ਕਰਦਾ, ਮੈਂ ਨੇਮ ਵੀ ਕਰਦਾ, ਮੈਂ ਵਰਤ ਵੀ ਕਰਦਾ, ਸਭ ਕੁਝ ਕਰਦਾ। ਤੇ ਫਿਰ ਤੈਨੂੰ ਸਵਾਮੀ ਰਾਮਾਨੰਦ ਮਹਾਰਾਜ ਜੀ ਕਿਉਂ ਨਹੀਂ ਨੇੜੇ ਲਾਉਂਦੇ? ਭਗਤ ਕਬੀਰ ਜੀ ਮਹਾਰਾਜ ਕਹਿਣ ਲੱਗੇ ਉਹ ਜਿਹੜੇ ਜਿਤਨੇ ਵੀ ਕੋਈ ਵੀ ਸ਼ੂਦਰ ਹੈ ਜਦੋਂ ਲੰਘਦਾ ਨਾ ਤੇ ਸ਼ੂਦਰ ਨੂੰ ਕਹਿੰਦੇ ਪਿੱਛੇ ਨੂੰ ਤਾਂ ਕੇਸ ਬਾਹ ਕੇ ਰੱਖਣੇ ਪੈਂਦੇ ਆ, ਮੁੰਜ ਦਾ ਝਾੜੂ ਰੱਖਣਾ ਪੈਂਦਾ ਕੋਲੇ। ਜੇ ਕਿਤੇ ਲੰਘੇ ਜਾਂਦੇ ਸ਼ੂਦਰ ਦੀ ਜਿਹੜੀ ਆ ਉਹ ਪਰਛਾਵਾਂ ਛਾਂ ਜਿਹੜੀ ਆ ਨਾ ਸਵਾਮੀ ਰਾਮਾਨੰਦ ਉੱਤੇ ਪੈ ਗਈ, ਫਿਰ ਉਹ ਜਾ ਕੇ ਗੰਗਾ ਵਿੱਚ ਇਸ਼ਨਾਨ ਕਰਕੇ ਆਉਂਦੇ ਨੇ। ਇੱਥੋਂ ਤੱਕ ਉਹ ਸੁੱਚਤਾ ਰੱਖਦੇ ਨੇ ਜਿਹੜੀ। ਫਿਰ ਕਿਸੇ ਨੇ ਬੜੇ ਪਿਆਰ ਵਿੱਚ ਆ ਕੇ ਆਖਿਆ ਭਗਤ ਕਬੀਰ ਜੀ ਇਉਂ ਕਰ, ਜੇ ਤਾਂ ਉਹਨਾਂ ਨੂੰ ਗੁਰੂ ਧਾਰਨ ਕਰਨਾ ਤਾਂ ਮਣੀ ਘਾਟ ਦੇ ਉੱਤੇ ਜਾ ਕੇ ਰਾਤ ਨੂੰ 2 ਵਜੇ ਪੈ ਜਾ ਕਰ। ਦੇਖੋ ਜਿਹਨੂੰ ਗੁਰੂ ਦੀ ਤਲਾਸ਼, ਜਿਹਨੇ ਗੁਰੂ ਨੂੰ ਮਿਲਣਾ ਹੋਵੇ ਉਹ ਬੜੇ ਯਤਨ ਕਰਦਾ ਹੈ ਵੀ ਮੈਨੂੰ ਗੁਰੂ ਦੀ, ਸੱਚੇ ਗੁਰੂ ਦੀ ਪ੍ਰਾਪਤੀ ਹੋ ਜਾਵੇ, ਝੂਠੇ ਨਹੀਂ ਜਿਹੜੇ ਆਮ। ਤੇ ਸਵਾਮੀ ਰਾਮਾਨੰਦ ਮਹਾਰਾਜ ਜੀ 2 ਵਜੇ ਉੱਠ ਕੇ ਗੰਗਾ ਨਹਾਵਣ ਜਾਂਦਾ। ਤਾਈ ਦੂਰੋਂ ਦੇਖ ਜਿਹੜਾ ਨਾ ਉਹ ਭਗਤ ਕਬੀਰ ਜੀ ਕਹਿੰਦੇ ਲੰਮਾ ਪਿਆ ਕਬੀਰ ਤਸਾਈ। ਕਹਿੰਦੇ ਉਸ ਵਕਤ ਭਗਤ ਕਬੀਰ ਜੀ ਮਹਾਰਾਜ ਪਏ ਨੇ। ਸਵਾਮੀ ਰਾਮਾਨੰਦ ਜੀ ਅੰਮ੍ਰਿਤ ਵੇਲੇ ਉੱਠੇ, ਇੱਕ ਧੋਤੀ ਬੰਨੀ ਹੋਈ ਹੈ, ਇੱਕ ਧੋਤੀ ਮੋਢੇ ਉੱਤੇ ਧਰੀ ਹੋਈ ਹੈ। ਰਾਮ 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 ਕਰਦੇ ਭੱਜੇ ਜਾਂਦੇ ਨੇ। ਰਸਤੇ ਵਿਖੜੇ ਹੁੰਦੇ, ਭਾਵ ਪੱਗ ਡੰਡੀ ਵਾਲੇ ਰਸਤੇ ਹੁੰਦੇ, ਪਈ ਹੁੰਦੀ ਜਾਂ ਕੋਈ ਡੰਡੀ ਹੁੰਦੀ, ਉਹਦੇ ਵਿੱਚ ਦੀ ਇਸ ਤਰ੍ਹਾਂ ਲੰਘ ਕੇ ਜਾਣਾ। ਤੇ ਸਵਾਮੀ ਰਾਮਾਨੰਦ ਜੀ ਮਹਾਰਾਜ ਜੀ ਜਾ ਰਹੇ ਨੇ। ਜਾਂਦਿਆਂ ਜਾਂਦਿਆਂ ਕਹਿੰਦੇ ਜਦੋਂ ਮਨੀਕਰਨ ਘਾਟ ਦੇ ਕੋਲੇ ਪਹੁੰਚ ਗਏ, ਸਵਾਮੀ ਰਾਮਾਨੰਦ ਜੀ ਮਹਾਰਾਜ ਅੱਗੇ ਭਗਤ ਕਬੀਰ ਜੀ ਲੰਬੇ ਪਏ ਨੇ ਉਸ ਰਸਤੇ ਦੇ ਵਿੱਚ ਜਿੱਥੋਂ ਦੀ ਸਵਾਮੀ ਰਾਮਾਨੰਦ ਮਹਾਰਾਜ ਜੀ ਨੇ ਲੰਘਣਾ। ਮਨ ਵਿੱਚ ਇੰਨੀ ਭਾਵਨਾ ਜੇ ਉਹਨਾਂ ਦਾ ਇੱਕ ਵਾਰੀ ਮੈਨੂੰ ਚਰਨ ਵੀ ਲੱਗ ਗਿਆ ਨਾ ਤਾਂ ਵੀ ਮੈਂ ਗੁਰੂ ਵਾਲਾ ਬਣ ਜਾਊਗਾ, ਇੰਨੀ ਭਾਵਨਾ ਮਨ ਵਿੱਚ ਹੈ।
ਜਾਂਦਿਆਂ ਜਾਂਦਿਆਂ ਕਹਿੰਦੇ ਭਗਤ ਕਬੀਰ ਜੀ ਦੇ ਪਾਵਨ ਪਿੱਤਰ ਸਰੀਰ ਨੂੰ ਸਵਾਮੀ ਰਾਮਾਨੰਦ ਮਹਾਰਾਜ ਦਾ ਠੇਡਾ ਵੱਜਿਆ। ਹਨੇਰੀ ਰਾਤ ਹੈ, ਖੜਗੇ ਕੋਲ ਤੇ ਮੁਖ ਵਿੱਚੋਂ ਕਿਹਾ, ਉਹ ਰਾਮ ਕੇ ਰਾਮ ਕਹੋ, ਤੇਰਾ ਬੇੜਾ ਪੈਣ ਦਾ ਥੋੜੀ ਹੈ। ਉੱਠ ਉੱਠ ਕੇ ਪ੍ਰਮਾਤਮਾ ਦਾ ਨਾਮ ਜਪ। ਕੀ ਜਪਾਂ? ਬਸ ਤੂੰ ਵੀ ਰਾਮ 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 ਜਪਣ ਲੱਗ ਗਿਆ ਭਗਤ ਕਬੀਰ ਜੀ ਮਹਾਰਾਜ। ਤੇ ਪਿਆਰ ਵਿੱਚ ਆ ਕੇ ਸਵਾਮੀ ਰਾਮਾਨੰਦ ਮਹਾਰਾਜ ਨੇ ਕਿਹਾ, ਕਹਦੇ ਉਹ ਰਹਿੰਦਾ ਕਿੱਥੇ ਸੀ? ਕਾਂਸੀ ਦੀ ਧਰਤੀ ਦੇ ਉੱਤੇ। ਸਵਾਮੀ ਰਾਮਾਨੰਦ ਮਹਾਰਾਜ ਜੀ, ਭਾਈ ਗੁਰਦਾਸ ਜੀ ਨੇ ਇਸ ਗੱਲ ਦਾ ਜ਼ਿਕਰ ਕਰਿਆ। ਕਹਿੰਦੇ ਕਿੱਥੇ? ਭਗਤ ਕਬੀਰ ਜੀ ਮਹਾਰਾਜ ਦੇ ਜਿਹੜੇ ਗੁਰੂ ਸੀ, ਰਾਮਾਨੰਦ ਜੀ, ਭਗਤ ਨਾਮਦੇਵ ਜੀ ਦੇ, ਭਗਤ ਰਵਿਦਾਸ ਜੀ ਦੇ, ਕਿੰਨੇ ਗੁਰੂ ਜਿਹੜੇ ਕਿੰਨੇ ਉਹਨਾਂ ਦੇ ਚੇਲੇ ਹੋਏ ਨੇ, ਸ਼ਿਸ਼ ਹੋਏ ਨੇ, ਸਭ ਨੂੰ ਉਹਨਾਂ ਨੇ ਨਾਮਦਾਨ ਦਿੱਤਾ। ਭਾਈ ਗੁਰਦਾਸ ਜੀ ਕਹਿੰਦੇ ਸਵਾਮੀ ਰਾਮਾਨੰਦ ਕਾਂਸੀ ਦੇ ਵਿੱਚ ਰਹਿੰਦੇ ਨੇ। ਤੇ ਉਹ ਜਿਹੜਾ ਜਿਹਨੂੰ ਫਿਰ ਪਰਮਾਤਮਾ ਦਾ ਨਾਮ ਇੱਕ ਵਾਰੀ ਦੇ ਦਿੱਤਾ, ਉਹਨਾਂ ਦੇ ਨਾਲ ਜੁੜ ਗਿਆ। ਪਰਮਾਤਮਾ ਦੇ ਨਾਮ ਦੀ ਕਮਾਈ ਕਰ ਕਰਕੇ ਉਹ ਵੀ ਏਡੇ ਵੱਡੇ ਭਗਤ ਬਣ ਗਏ। ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਆ ਕੇ ਬੈਠ ਗਏ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਜਿਹੜੇ ਤਖਤ ਉੱਤੇ ਮੈਂ ਬੈਠਾ ਤੁਸੀਂ ਵੀ ਇਹਦੇ ਵਿੱਚ ਆ ਕੇ ਬਹਿ ਜਾਓ। ਭਗਤ ਕਬੀਰ ਜੀ ਮਹਾਰਾਜ ਦੇ ਜਿਹੜੇ ਗੁਰੂ ਸਵਾਮੀ ਰਾਮਾਨੰਦ ਮਹਾਰਾਜ ਜੀ, ਭਾਈ ਗੁਰਦਾਸ ਜੀ ਨੇ ਹਾਮੀ ਭਰ ਕੇ ਕਿਹਾ। ਉਹ ਕਹਿੰਦੇ ਰਾਮਾਨੰਦ ਗੁਸਾਈ ਕੰਸੀ ਰਹਿੰਦਾ, ਰਾਮਾਨੰਦ ਗੁਸਾਈ ਕੰਸੀ ਰਹਿੰਦਾ, ਰਾਮਾਨੰਦ ਗੁਸਾਈ ਕੰਸੀ ਰਹਿੰਦਾ, ਰਾਮਾਨੰਦ ਗੁਸਾਈ ਕੰਸੀ ਰਹਿੰਦਾ, ਕੰਸੀ ਰਹਿੰਦਾ, ਰਾਮਾਨੰਦ ਗੁਸਾਈ 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 ਪਿਆਰੇ, 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 ਰਾਮਾਨੰਦ ਗੁਸਾਈ ਕੰਸੀ ਰਹਿੰਦਾ, ਕੰਸੀ ਰਹਿੰਦਾ, 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 ਰਾਮਾਨੰਦ ਗੁਸਾਈ ਕੰਸੀ ਰਹਿੰਦਾ, ਕੰਸੀ ਰਹਿੰਦਾ। ਭਗਤ ਕਬੀਰ ਜੀ ਦੇ ਠੇਡਾ ਵੱਜਾ, ਜਾ ਕੇ ਡਿੱਗਣੋਂ ਬਚ ਗਏ, ਡਿੱਗੇ ਨਹੀਂ। ਠੇਡਾ ਮਾਰ ਕੇ ਭਗਤ ਕਬੀਰ ਜੀ ਕਹਿੰਦੇ ਉੱਠ ਰਾਮ ਕੇ ਰਾਮ ਸਵਾਲ, ਇਹ ਤੇਰਾ ਪੈਣ ਦਾ ਵੇਲਾ ਨਹੀਂ। ਬਸ ਦੇਖੋ ਠੇਡਾ ਮਾਰ ਕੇ ਸ਼ਬਦ ਦਿੱਤਾ। ਇਸ ਤਰ੍ਹਾਂ ਨਹੀਂ ਵੀ ਆਏ ਭਗਤ ਕਬੀਰ ਜੀ ਨੂੰ ਆਪਣੇ ਘਰੇ ਬੁਲਾ ਲਿਆ, ਫਿਰ ਕੋਲ ਬਿਠਾ ਲਿਆ, ਫਿਰ ਸ਼ਬਦ ਦੀ ਦਾਤ ਦਿੱਤੀ, ਨਹੀਂ। ਇੱਕ ਠੇਡਾ ਪਾਵਨ ਪਿੱਤਰ ਚਰਨ ਦਾ ਵੱਜਿਆ, ਉੱਠ ਕੇ ਰਾਮ ਕੇ ਰਾਮ ਸਵਾਲ। ਬਸ ਉੱਥੋਂ ਜਦੋਂ ਉੱਠੇ, ਉੱਠਣ ਸਾਰੀ ਰਾਮ 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 ਕਰਦੇ ਭਗਤ ਕਬੀਰ ਜੀ ਤੁਰ ਪਏ। ਇੰਨਾ ਕੁ ਰਾਮ ਰਾਮ ਕਿਹਾ ਕਿ ਰਾਮ ਨੂੰ ਖੁਦ ਆਉਣਾ ਪਿਆ, ਖੁਦ ਰਾਮ ਹੀ ਬਣ ਗਏ ਭਗਤ ਕਬੀਰ ਜੀ। ਕਹਿੰਦੇ ਭਗਤ ਕਬੀਰ ਜੀ ਦਾ ਨਾਮ ਜਪਦਿਆਂ ਜਪਦਿਆਂ ਦਾ ਮਨ ਇੰਨਾ ਕੁ ਨਿਰਮਲ ਹੋ ਗਿਆ। ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ, ਪਾਛੇ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਸ਼ੋਭਨੀ ਭਗਤ ਬਾਬਾ ਕਬੀਰ ਜੀ ਮਹਾਰਾਜ ਕਹਿੰਦੇ ਫਿਰ ਪੁੱਛਦਾ ਫਿਰਦਾ ਭਗਤ ਕਬੀਰ ਜੀ ਦਾ ਘਰ ਕਿਹੜਾ? ਕਦੋਂ? ਜਦੋਂ ਮਨ ਐਨ ਨਿਰਮਲ ਹੋ ਗਿਆ, ਗੰਗਾ ਦੇ ਜਲ ਵਰਗਾ। ਗੰਗਾ ਦੇ ਜਲ ਨੂੰ ਨਿਰਮਲ ਮੰਨਿਆ ਗਿਆ ਹੈ।
ਕਹਿੰਦੇ ਜਦੋਂ ਮਨ ਗੰਗਾ ਦੇ ਜਲ ਵਰਗਾ ਹੋ ਗਿਆ ਨਾ ਭਗਤ ਕਬੀਰ ਜੀ ਦਾ, ਤੇ ਫੇਰ ਆ ਗਏ ਭਗਤ ਕਬੀਰ ਜੀ ਮਹਾਰਾਜ ਦੇ ਕੋਲੇ ਸਵਾਮੀ ਰਾਮਾਨੰਦ ਜੀ ਮਹਾਰਾਜ। ਇਸ ਕਰਕੇ ਫਿਰ ਇੱਕ ਦਿਨ ਭਗਤ ਕਬੀਰ ਜੀ ਮਹਾਰਾਜ ਜਦੋਂ ਰਾਮ ਰਾਮ ਜਪਦੇ ਨੇ, ਵਿਰੋਧੀਆਂ ਨੇ, ਫਿਰ ਵਿਰੋਧੀ ਬੜੇ ਪੈਦਾ ਹੁੰਦੇ ਨੇ, ਬਹੁਤ ਜ਼ਿਆਦਾ। ਸੱਚ ਦੇ ਕੁਦਰਤੀ ਗੱਲ ਹੈ, ਵਿਰੋਧੀ ਹੁੰਦੇ ਹੀ ਹੁੰਦੇ ਨੇ। ਜਿਹਦੇ ਸੱਚ ਪੱਲਿਆ ਨਾ ਉਹਦੇ ਕੁਦਰਤੀ ਗੱਲ ਹੈ, ਵਿਰੋਧੀ ਪੈਦਾ ਹੋ ਜਾਣਗੇ। ਅੱਜ ਵੀ ਨਾਸ ਨਹੀਂ ਹੋਇਆ ਉਹਨਾਂ ਦਾ, ਉਦੋਂ ਤੋਂ ਵੀ ਚੱਲਦਾ ਆਇਆ ਕੰਮ, ਤੇ ਅੱਜ ਵੀ ਚੱਲਦਾ ਵਿਰੋਧੀਆਂ ਦਾ। ਤਾਂ ਵਿਰੋਧੀ ਕੋਈ ਨਾ ਕੋਈ ਭਾਲਦੇ ਹੁੰਦੇ ਨੇ, ਖੱਡ ਵੀ ਕਦੋਂ ਮਿਲੇ ਸਹੀ ਸਾਨੂੰ, ਅਸੀਂ ਢੋਲ ਪਾਈਏ ਗਲ ਦੇ ਵਿੱਚ ਫੇਰ ਤੇ ਆਪਣਾ ਕੰਮ ਚਲਾ ਲਈਏ, ਤੋਰੀ ਫੁਲਕਾ। ਜਾਂ ਜਦੋਂ ਘਰੋਂ ਨਹੀਂ ਮਿਲਦੀ ਫਿਰ ਉਹ ਕੋਈ ਨਾ ਕੋਈ ਇਹੋ ਜਿਹਾ ਬਹਾਨਾ ਹੀ ਭਾਲਦੇ ਰਹਿੰਦੇ ਨੇ ਵਿਰੋਧੀ, ਵੀ ਸਾਨੂੰ ਕੋਈ ਨਾ ਕੋਈ ਮਿਲੇ, ਚਲੋ ਸਾਡਾ ਤੋਰੀ ਫੁਲਕਾ ਚੱਲ ਪਵੇ। ਚੱਲਣਾ ਵੀ ਚਾਹੀਦਾ, ਜ਼ਰੂਰੀ ਹੈ ਵੀ। ਹੁਣ ਵਿਰੋਧੀ ਭਗਤ ਕਬੀਰ ਜੀ ਮਹਾਰਾਜ ਕੋਲ ਇਕੱਠੇ ਹੋ ਕੇ ਆ ਗਏ। ਉਹ ਕਹਿੰਦੇ ਤੂੰ ਸ਼ੂਦਰ ਆ, ਤੈਨੂੰ ਕੀ ਨਾਮ ਜਪਣ ਦਾ ਅਧਿਕਾਰ ਹੈ? ਭਗਤ ਕਬੀਰ ਜੀ ਮਹਾਰਾਜ ਚੁੱਪ ਕਰ ਗਏ, ਕੁਛ ਨਹੀਂ ਬੋਲੇ। ਕਾਫੀ ਗਰਮਾ ਗਰਮੀ ਹੋ ਗਈ ਉਹਨਾਂ ਦੀ। ਕਹਿਣ ਲੱਗੇ ਤੈਨੂੰ ਕਿਹਨੇ ਨਾਮ ਦਿੱਤਾ ਹੈ? ਭਗਤ ਕਬੀਰ ਜੀ ਮਹਾਰਾਜ ਹੱਥ ਬੰਨ੍ਹ ਕੇ ਕਹਿਣ ਲੱਗੇ ਮੇਰਾ ਗੁਰੂ ਹੈ ਸਵਾਮੀ ਰਾਮਾਨੰਦ ਜੀ ਮਹਾਰਾਜ। ਸਾਰੇ ਵਿਦਵਾਨ ਪੰਡਤ ਇਕੱਠੇ ਹੋਏ, ਸਵਾਮੀ ਰਾਮਾਨੰਦ ਮਹਾਰਾਜ ਜੀ ਕੋਲੇ ਜਾ ਪਹੁੰਚੇ। ਅੱਗੇ ਤਖਤ ਤੇ ਬੈਠੇ ਨੇ, ਇਸ ਤਰ੍ਹਾਂ ਨੀਵਾਂ ਸਿਰ ਕਰਿਆ, ਹੱਥ ਵਿੱਚ ਮਾਲਾ ਹੈ, ਰਾਮ 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 ਦੀ ਧੁਨ ਲਾਈ ਹੋਈ ਹੈ। ਇੱਕ ਸ਼ਾਂਤੀ ਦੇ ਸਮੁੰਦਰ ਅੱਗੇ ਬੈਠੇ ਨੇ, ਇੱਕ ਪਾਸੇ ਅੱਗ ਦੇ ਭਾਂਬੜ ਜਾ ਕੇ ਆਵਾਜ਼ ਮਾਰੀ, ਸਵਾਮੀ ਰਾਮਾਨੰਦ ਜੀ ਬਾਹਰ ਆਓ ਆਪਣੇ ਸਥਾਨ ਤੋਂ। ਸਵਾਮੀ ਜੀ ਕਹਿਣ ਲੱਗੇ ਬਾਹਰ ਕਿਵੇਂ ਅੱਗ ਮੱਚ ਰਹੀ ਹੈ, ਇਹ ਕਿਵੇਂ ਬੋਲਦੇ ਨੇ, ਇੰਨਾ ਗਰਮਾ ਗਰਮ ਬੋਲਦੇ ਨੇ। ਕੋਈ ਪਰਮਾਤਮਾ ਦਾ ਨਾਮ ਜਪ ਜਪ ਕੇ ਤਾਂ ਮਨੁੱਖ ਇਸ ਤਰ੍ਹਾਂ ਐ ਮਨ ਨੀਵਾਂ ਮੱਤ ਉੱਚੀ ਹੋ ਜਾਂਦੀ ਹੈ, ਤੇ ਇਹ ਦੇਖੋ ਕਿਵੇਂ ਬੋਲਦੇ ਨੇ ਉੱਚੀ ਉੱਚੀ ਆ ਕੇ। ਸਵਾਮੀ ਰਾਮਾਨੰਦ ਮਹਾਰਾਜ ਜੀ ਉੱਠੇ, ਆ ਕੇ ਹੱਥ ਬੰਨ੍ਹ ਕੇ ਖੜ ਗਏ। ਹਾਂ ਦੱਸੋ ਕੀ ਹੁਕਮ ਹੈ? ਕਹਿੰਦੇ ਭਗਤ ਕਬੀਰ ਜੀ ਮਹਾਰਾਜ ਨੂੰ ਤੁਸੀਂ ਨਾਮ ਦਿੱਤਾ? ਕਹਿੰਦੇ ਨਹੀਂ ਮੈਂ ਨਹੀਂ ਦਿੱਤਾ ਹੈ। ਉਧਰ ਉਹ ਵੀ ਸੱਚ ਸੀ, ਭਗਤ ਕਬੀਰ ਜੀ ਮਹਾਰਾਜ ਵੀ ਸੱਚ ਬੋਲਦੇ ਨੇ, ਸਵਾਮੀ ਰਾਮਾਨੰਦ ਮਹਾਰਾਜ ਜੀ ਵੀ ਸੱਚ ਬੋਲਦੇ ਨੇ, ਕਿਉਂਕਿ ਰਾਤ ਦਾ ਸਮਾਂ ਦੀ ਦਿਸਿਆ ਨਹੀਂ ਕੁਛ। ਭਗਤ ਕਬੀਰ ਜੀ ਸੱਚ ਇਸ ਕਰਕੇ ਬੋਲਦੇ ਨੇ, ਉਹਨਾਂ ਦੇ ਪਾਵਨ ਪਿੱਤਰ ਮੁਖ ਦੇ ਬੋਲ ਰਾਮ ਰਾਮ ਕਹੇ ਹੋਏ ਭਗਤ ਕਬੀਰ ਜੀ ਨੇ। ਗੁਰਬਾਣੀ ਵਿੱਚ ਮਹਾਰਾਜ ਜੀ ਫਰਮਾਨ ਕਰਦੇ ਨੇ, ਬਚਨ ਗੁਰੂ ਜੋ ਪੂਰੇ ਕਹਿਆ ਮੈਂ ਛੀਨ ਗਾਠਰੀ ਬੰਦਾ। ਕਹਿੰਦੇ ਭਗਤ ਕਬੀਰ ਜੀ ਨੇ ਆਪਣੇ ਗੁਰੂ ਦਾ ਬਚਨ ਘੁੱਟ ਕੇ ਆਪਣੇ ਪੱਲੇ ਵਿੱਚ ਬੰਨ੍ਹ ਲਿਆ ਤੇ ਉਹਦੀ ਕਮਾਈ ਕਰਨੀ ਸ਼ੁਰੂ ਕਰ ਦਿੱਤੀ। ਹੁਣ ਭਗਤ ਕਬੀਰ ਜੀ ਮਹਾਰਾਜ ਨੂੰ ਵੀ ਬੁਲਾ ਲਿਆ ਸਵਾਮੀ ਰਾਮਾਨੰਦ ਮਹਾਰਾਜ ਜੀ ਦੇ ਚੇਲਿਆਂ ਨੇ। ਚੱਲ ਤੈਨੂੰ ਭਗਤ ਸਵਾਮੀ ਰਾਮਾਨੰਦ ਮਹਾਰਾਜ ਜੀ ਬੁਲਾਉਂਦੇ ਨੇ। ਉਹ ਤੂੰ ਕੌਣ ਹੁੰਦਾ ਨਾਮ ਜਪਣ ਵਾਲਾ? ਤੈਨੂੰ ਕਦੋਂ ਨਾਮ ਦੇਤਾ? ਦੇਖੋ ਪਰਮਾਤਮਾ ਦੇ ਨਾਮ ਦੇ ਉੱਤੇ ਵੀ ਲੋਕ ਕਿਵੇਂ ਕਰਦੇ ਨੇ, ਇੰਨੀ ਈਰਖਾ ਕਰੀ ਮਨ ਦੇ ਵਿੱਚ। ਭਗਤ ਕਬੀਰ ਜੀ ਮਹਾਰਾਜ ਜਾ ਕੇ ਹੱਥ ਬੰਨ੍ਹ ਕੇ ਬੈਠ ਗਏ। ਹਾਂ ਦੱਸੋ? ਕਹਿੰਦੇ ਤੁਹਾਨੂੰ ਸਵਾਮੀ ਰਾਮਾਨੰਦ ਨੇ ਮੈਂ ਕਦੋਂ ਨਾਮ ਦਿੱਤਾ? ਉਹ ਕਹਿੰਦੇ ਮੈਂ ਤਾਂ ਦਿੱਤਾ ਹੀ ਨਹੀਂ ਹੈ। ਭਗਤ ਕਬੀਰ ਜੀ ਮਹਾਰਾਜ ਕਹਿਣ ਲੱਗੇ ਮੈਨੂੰ ਸਵਾਮੀ ਰਾਮਾਨੰਦ ਮਹਾਰਾਜ ਨੇ ਨਾਮ ਦਿੱਤਾ, ਇਹਨਾਂ ਦੀ ਕਿਰਪਾ ਦੇ ਨਾਲ ਹੀ ਮੈਂ ਜਪਣ ਲੱਗਿਆ, ਇਹਨਾਂ ਦੀ ਕਿਰਪਾ ਦੇ ਨਾਲ ਹੀ ਮੈਨੂੰ ਕਿਹਦੀ ਪ੍ਰਾਪਤੀ ਹੋਈ ਹੈ? ਮੈਨੂੰ ਰਾਮ ਦੀ ਪ੍ਰਾਪਤੀ ਹੋਈ ਹੈ, ਪਰਮਾਤਮਾ ਦੀ ਪ੍ਰਾਪਤੀ ਹੋ ਗਈ। ਸਵਾਮੀ ਰਾਮਾਨੰਦ ਮਹਾਰਾਜ ਜੀ ਨੇ ਕਿਹਾ ਭਗਤ ਕਬੀਰ ਜੀ ਮੈਂ ਤਾਂ ਤੈਨੂੰ ਜਿਹੜਾ ਉਹ ਦਿੱਤਾ ਹੀ ਨਹੀਂ, ਨਾਮ ਹੀ ਨਹੀਂ ਦਿੱਤਾ। ਕਹਿੰਦੇ ਇੱਕ ਦਿਨ ਮੈਂ ਮਨੀਕਰਨ ਘਾਟ ਦੇ ਉੱਤੇ ਪਿਆ ਸੀ, ਉੱਥੇ ਆ ਕੇ ਤੁਹਾਡੇ ਪਾਵਨ ਪਿੱਤਰ ਸਰੀਰ ਦਾ ਠੇਡਾ ਮੈਨੂੰ ਵੱਜਿਆ ਤੇ ਤੁਸੀਂ ਫਿਰ ਕੀ ਕਿਹਾ ਸੀ? ਉੱਠ ਰਾਮ ਕੇ ਰਾਮ ਸੰਭਾਲ। ਤੇ ਤੁਹਾਡੇ ਪਾਵਨ ਪਿੱਤਰ ਮੁਖ ਵਿੱਚੋਂ ਪਤਾ ਕੀ ਨਿਕਲਿਆ ਸੀ? ਉਸ ਵਕਤ ਤੁਸੀਂ ਆਖਿਆ ਸੀ ਬਈ ਰਾਮ ਕੇ ਰਾਮ ਸੰਭਾਲ। ਭਗਤ ਕਬੀਰ ਜੀ ਮਹਾਰਾਜ ਜੀ ਕਹਿਣ ਲੱਗੇ ਤੁਹਾਡੇ ਪਾਵਨ ਪਿੱਤਰ ਮੁਖ ਦੇ ਇਹ ਵਚਨ ਨੇ, ਤੁਸੀਂ ਮੈਨੂੰ ਨਾਮ ਦੀ ਦਾਤ ਦਿੱਤੀ ਹੈ। ਕਹਿਣ ਲੱਗੇ ਭਗਤ ਕਬੀਰ ਜੀ ਹੱਥ ਬੰਨ੍ਹ ਕੇ ਕਹਿਣ ਲੱਗੇ ਰਾਮ ਸੰਭਾਲ ਬੰਦਿਆ, ਰਾਮ ਸੰਭਾਲ ਬੰਦਿਆ, ਰਾਮ ਸੰਭਾਲ ਬੰਦਿਆ, ਸੰਭਾਲ ਬੰਦਿਆ, ਰਾਮ ਸੰਭਾਲ ਬੰਦਿਆ, ਰਾਮ ਸੰਭਾਲ ਬੰਦਿਆ, ਰਾਮ ਸੰਭਾਲ ਬੰਦਿਆ, ਰਾਮ ਸੰਭਾਲ ਬੰਦਿਆ, ਬੰਦਿਆ।
ਸੰਭਾਲ ਬੰਦਿਆ ਰਾਮ ਸੰਭਾਲ ਬੰਦਿਆ ਰਾਮ ਸੰਭਾਲ ਬੰਦਿਆ ਉੱਠ ਕੇ ਰਾਮ ਨੂੰ ਸੰਭਾਲ 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 ਰਾਮ ਨੂੰ ਸੰਭਾਲ ਉੱਠ ਕੇ ਰਾਮ ਨੂੰ ਸੰਭਾਲ ਰਾਮ ਸੰਭਾਲ ਬੰਦਿਆ ਬੇੜਾ ਸੌਣ ਦਾ ਨਹੀਂ ਰਾਮ ਸੰਭਾਲ ਬੰਦਿਆ ਓਏ ਬੇੜਾ ਸੌਣ ਦਾ ਨਹੀਂ ਰਾਮ ਸੰਭਾਲ ਬੰਦਿਆ 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 ਬੇੜਾ ਸੌਣ ਦਾ ਨਹੀਂ ਤੁਹਾਡੇ ਪਾਵਨ ਪਿੱਤਰ ਮੁਖ ਦੇ ਵਚਨ ਨੇ, ਮੈਂ ਨਹੀਂ ਕੁਝ ਕਿਹਾ। ਤੁਸੀਂ ਕਿਹਾ ਸੀ ਰਾਮ ਸੰਭਾਲ, ਤੇ ਤੁਹਾਡੇ ਮੁਖ ਦਾ ਨਿਕਲਿਆ ਹੋਇਆ ਰਾਮ ਮੈਂ ਆਪਣੇ ਬਚਨ ਗੁਰੂ ਜੋ ਮੈਂ ਆਪਣੀ ਗੰਢ ਦੇ ਕੇ ਬਚਨ ਕੱਪੜੇ ਦੇ ਨਾਲ ਪਰਨੇ ਦੇ ਨਾਲ ਝੁੱਗੇ ਦੇ ਨਾਲ ਤੁਹਾਡਾ ਇੱਕ ਬਚਨ ਕੀਤਾ ਹੋਇਆ ਮੈਂ ਘੁੱਟ ਕੇ ਬੰਨ ਲਿਆ ਉਸੇ ਵਕਤ ਹੀ। स्वामी रामानंद महाराज जी कहन लगे इन्नी कमाई करी तो राम दी? कहते जी तुहाडी किरपा हुई है। जितने विद्वान हजार की गिनती अंदर खड़ा सी सब नूं मारिया धक्का स्वामी रामानंद महाराज जी ने ते भगत कबीर जी ने बुकल विच लैके आख्या सब तो मेरे बड़े भगत, मेरे प्यारे भगत, मेरे नज़दीकी, मेरा पुत्र, मेरा सब कुछ अज तो भगत कबीर महाराज जी हुई है। वो इन्हां ने तो इन्ना क मेरा कहण दे नाल ही बचन कमा लिया ते तुसी किन्ना किन्ना समा हो गया अजे तक तुहातों एक भी बचन कमाया नहीं गया। महाराज जी कहंदे जेड़े बचन गुरु दा मनदे नहीं ना सिख, फिर गुरु भी कलगीधर पातशाह महाराज जी आओ जाके हुशियारपुर की धरती उत्ते बेसवा के द्वारे उत्ते खड़ गए क्योंकि जोगा सिंह ने बचन मन लिया। महाराज जी कहने लगे जेड़ा भी गुरु का बचन मन के वेखे, जेड़े बचन मनण सिख मेरा वही उन्हां दा मैं पहरेदार हां। जेड़े बचन मनण सिख मेरा उन्हां दा मैं पहरेदार हां। जेड़े बचन मनण सिख मेरा मैं पहरेदार हाँ। जेड़े बचन मनण सिख मेरा उन्हां दा मैं पहरेदार हाँ। मनण सिख मेरा उन्हां दा मैं पहरेदार हाँ। जेड़े बचन मनण सिख मेरा उन्हां दा मैं पहरेदार हाँ। जेड़े बचन मनण सिख मेरा बचन सिख मेरा जी उन्हां दा मैं पहरेदार हां। जेड़े बचन मनण सिख मेरा उन्हां दा मैं पहरेदार हां। जेड़े बचन मनण सिख मेरा उन्हां दा मैं पहरेदार हाँ। जेड़े बचन मनण सिख मेरा उन्हां दा मैं पहरेदार हाँ। बचन मनण सिख मेरा उन्हां दा मैं पहरेदार हाँ। जेड़े बचन मनण सिख मेरा उन्हां दा मैं पहरेदार हाँ। वचन गुरु जो पूरे कहिया मैं छीन गांठ दी बात। जेड़ा गुरु ने बचन करता। स्वामी रामानंद महाराज जी कहन लगे सब तो वड्डा जे मेरा भगत है ना जो भगत कबीर जी महाराज है। फिर उन्होंने चरणों के विच ही भगत रविदास जी महाराज ने सेवा करी।
ਭਗਤ ਕਬੀਰ ਜੀ ਮਹਾਰਾਜ ਨੇ, ਭਗਤ ਪੀਪਾ ਜੀ, ਭਗਤ ਸਧਨਾ ਜੀ, ਬਹੁਤ ਜ਼ਿਆਦਾ ਭਗਤ ਹੋਏ ਜਿਹੜੇ ਸਵਾਮੀ ਰਾਮਾਨੰਦ ਮਹਾਰਾਜ ਦੇ ਬਹੁਤਾ ਜ਼ਿਆਦਾ ਨਜ਼ਦੀਕ ਹੋਏ ਨੇ। ਭਾਵੇਂ ਬਹੁਤਾ ਛੂਤ ਛਾਤ ਦਾ ਵਿਤਕਰਾ ਚੱਲਦਾ ਸੀ, ਪਰ ਸਵਾਮੀ ਰਾਮਾਨੰਦ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਦੇ ਪੱਲੇ ਸੱਚ ਹੈ ਨਾ, ਸੱਚ, ਤੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਵੀ ਪਾ ਗਏ। ਜੇ ਸੱਚ ਸੀ ਭਗਤ ਕਬੀਰ ਜੀ ਮਹਾਰਾਜ ਦੇ ਪੱਲੇ ਤਾਂ ਦੇਖ ਲਓ ਫਿਰ ਚਿੱਠੀਆਂ ਪਾਤੀਆਂ ਸੀ ਵਿਰੋਧੀਆਂ ਨੇ, ਭਗਤ ਕਬੀਰ ਜੀ ਦੇ ਘਰ ਜੱਗ ਹੈ, 33 ਕਰੋੜ ਦੇਵੀ ਦੇਵਤਾ, ਭਗਵਾਨ ਆਪ ਜਿਹੜਾ ਆ ਕੇ ਨਾ ਭਗਤ ਕਬੀਰ ਜੀ ਦਾ ਰੂਪ ਧਾਰਨ ਕਰਕੇ ਸਾਰੇ ਜਿਤਨੇ ਸਾਧੂ ਆਏ ਸੀ ਉਹਨਾਂ ਨੂੰ ਭੋਜਨ ਛਕਾਤਾ ਸੋਨੇ ਦੇ ਬਰਤਨਾਂ ਦੇ ਵਿੱਚ, ਤੇ ਛਕਾ ਕੇ ਕਹਿੰਦੇ ਨਾਲ ਹੀ ਲੈ ਜਾਓ ਆਪੋ ਆਪਣੇ ਬਰਤਨ। ਕਹਿਣ ਤੋਂ ਭਾਵ ਸੀ ਸਾਧੂ ਹੋਣ ਜੀ ਕੋ ਖੁਦਾਏ ਦੇ ਭੇਦ ਨਾ, ਰੱਬ ਦੇ ਫਕੀਰ ਹੋਣ। ਜਿਵੇਂ ਸਾਡੇ ਨਗਰ ਵਿੱਚ ਅੱਜ ਉਹਨਾਂ ਦੀ ਵਰਸ਼ੀ ਦਾ ਸਮਾਗਮ ਹੈ ਮਹਾਂਪੁਰਖ, ਪਰ ਉਹਨਾਂ ਨੂੰ ਕਹਿੰਦਾ ਨਹੀਂ ਸੀ ਕੋਈ ਵੀ ਇਹ ਸਾਧ ਹੋਊਗਾ। ਇਸ ਤਰ੍ਹਾਂ ਨਾ ਬਸ ਐ ਜਟੂਰੀਆਂ ਜਾਂ ਖਿੰਡੀਆਂ ਹੁੰਦੀਆਂ ਉਹਨਾਂ ਦੀਆਂ, ਕਿਸੇ ਨੇ ਭੋਜਨ ਦੇ ਤਾਂ ਛਕ ਲਿਆ ਤੇ ਨਹੀਂ ਆਪਣੀ ਮੌਜ ਦੇ ਵਿੱਚ ਹੀ ਫਿਰੀ ਜਾਂਦੇ ਹੁੰਦੇ। ਇਹ ਵੀ ਮੌਜ ਕਿਸੇ ਕਿਸੇ ਕੋਲੇ ਆਉਂਦੀ ਹੈ। ਇਹ ਵੱਡੇ ਵੱਡੇ ਰਾਜੇ ਮਹਾਰਾਜਿਆਂ ਨੂੰ ਨਹੀਂ ਮਿਲਦੀ ਉਹ ਪਿਆਰੀ ਮੌਜ ਜਿਹੜੀ ਇੱਕ ਫਕਰ ਫਕੀਰ ਨੂੰ ਮਿਲ ਜਾਂਦੀ ਹੈ। ਵੱਡੇ ਰਾਜਿਆਂ ਕੋਲੇ, ਵੱਡੇ ਲੋਕਾਂ ਕੋਲੇ ਧਨ ਹੋ ਸਕਦਾ, ਗੱਡੀਆਂ ਮੋਟਰਾਂ ਵਧੀਆ ਕੋਠੀਆਂ ਹੋ ਸਕਦੀਆਂ ਨੇ, ਪਰ ਜਿਹੜੀ ਮੌਜ ਹੈ, ਜਿਹੜਾ ਸੁੱਖ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਉਹ ਇੱਕ ਫਕਰ ਫਕੀਰ ਕੋਲੇ, ਭਾਵੇਂ ਪਾਟੇ ਹੋਏ ਕੱਪੜੇ, ਭਾਵੇਂ ਘਰ ਹੋਵੇ ਨਾ ਹੋਵੇ, ਇਹ ਵੀ ਗੱਲ ਹੈ। ਉਹ ਕਿਹਨਾਂ ਕੋਲੇ ਹੈ? ਜਿਹੜੀ ਮੌਜ ਫਕੀਰਾਂ ਵਾਲੀ ਮਿਲਦੀ ਨਾ ਰਾਜਿਆਂ ਨੂੰ, 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 ਜਿਹੜੀ ਮੌਜ ਫਕੀਰਾਂ ਵਾਲੀ ਮਿਲਦੀ ਨਾ ਰਾਜਿਆਂ ਨੂੰ। ਹਾਂ ਜਿਹੜੀ ਮੌਜ ਫਕੀਰਾਂ ਵਾਲੀ, ਫਕੀਰਾਂ ਵਾਲੀ ਮਿਲਦੀ ਨਾ ਰਾਜਿਆਂ ਨੂੰ, ਜਿਹੜੀ ਮੌਜ ਫਕੀਰਾਂ ਵਾਲੀ ਮਿਲਦੀ ਨਾ ਰਾਜਿਆਂ ਨੂੰ, ਜਿਹੜੀ ਮੌਜ ਫਕੀਰਾਂ ਵਾਲੀ ਉਹ ਮਿਲਦੀ ਨਾ ਰਾਜਿਆਂ ਨੂੰ, ਜਿਹੜੀ ਮੌਜ ਫਕੀਰਾਂ ਵਾਲੀ ਮਿਲਦੀ ਨਾ ਰਾਜਿਆਂ ਨੂੰ, ਜਿਹੜੀ ਮੌਜ ਫਕੀਰਾਂ ਵਾਲੀ ਮਿਲਦੀ ਨਾ ਰਾਜਿਆਂ ਨੂੰ, ਜਿਹੜੀ ਮੌਜ ਫਕੀਰਾਂ ਵਾਲੀ ਮਿਲਦੀ ਨਾ ਰਾਜਿਆਂ ਨੂੰ। ਮਹਾਰਾਜ ਜੀ ਕਹਿਣ ਲੱਗੇ ਉਹਨਾਂ ਫਕੀਰਾਂ ਕੋਲੇ ਮੌਜ, ਕਿਉਂਕਿ ਕਾਸੇ ਦਾ ਫਿਕਰ ਨਹੀਂ। ਜਿਵੇਂ ਉਹ ਵਿਦਵਾਨ ਲਿਖਦਾ ਹੈ, ਕਹਿੰਦੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜਦੋਂ ਆਹ ਇਲਾਕੇ ਵਿੱਚ ਆਏ ਨਾ, ਸਾਡੇ ਇਲਾਕੇ ਦੇ ਵਿੱਚ ਇੱਧਰ ਆ ਕੇ ਕਹਿੰਦੇ ਮਹਾਰਾਜ ਜੀ ਨੇ ਦੇਖਿਆ ਲੋਕ ਕਿਹੋ ਜਿਹੇ ਸੀ। ਉੱਤੇ ਤਾਂ ਮੋਢੇ ਉੱਤੇ ਖੇਸ ਰੱਖਿਆ ਹੋਇਆ ਸੀ, ਇੱਕ ਲੂੰਗੀ ਸਾਡੇ ਇਸ ਇਲਾਕੇ ਦੀ ਬੋਲੀ ਹੈ। ਕਹਿੰਦੇ ਹੇਠਾਂ ਲੂੰਗੀ ਉੱਤੇ ਖੇਸ, ਜੈਸਾ ਦੇਸ ਵੈਸਾ ਭੇਸ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪਾਵਨ ਪਵਿੱਤਰ ਬਚਨ। ਹਾਂ ਫਕੀਰ ਹੋਵੇ ਕੋਈ, ਐਵੇਂ ਨਾ ਵੀ ਉੱਪਰ ਹੋਰ ਅੰਦਰੋਂ ਹੋਰ, ਜਿਹੜੇ ਅੰਦਰੋਂ ਵੀ ਇੱਕ ਨੇ ਬਾਹਰੋਂ ਵੀ ਇੱਕ ਨੇ, ਉਹਨਾਂ ਨੂੰ ਫਕੀਰ ਆਖਿਆ ਜਾਂਦਾ ਹੈ। ਉਹਨਾਂ ਦੀਆਂ ਕਹੇ ਹੋਏ ਬਚਨ ਅੱਜ ਵੀ ਸੱਤ ਨੇ। ਅੱਜ ਜਿਹੜੇ ਉੱਥੇ ਮਹਾਂਪੁਰਖ ਆਉਣਗੇ ਨਾ, ਮੇਰੇ ਗੁਰ ਭਾਈ ਨੇ, ਅਸੀਂ ਇਕੱਠੇ ਪੜ੍ਹੇ ਇੱਕ ਸਥਾਨ ਤੋਂ ਹੀ, ਰਾੜਾ ਸਾਹਿਬ ਦੀ ਟਕਸਾਲ ਦੇ ਵਿੱਚੋਂ,
ਉੱਥੇ ਉਹ ਮਹਾਂਪੁਰਖ ਆਉਣਗੇ ਜਿਨ੍ਹਾਂ ਦੀ ਸ਼ਾਦੀ ਹੋਈ ਨੂੰ ਤਕਰੀਬਨ 18 ਸਾਲ ਹੋ ਗਏ ਸੀ। 18 ਸਾਲ ਉਹਨਾਂ ਦੇ ਘਰ ਦੇ ਵਿੱਚ ਕੋਈ ਪੁੱਤਰ ਬੱਚਾ ਨਹੀਂ ਹੋਇਆ ਕੋਈ ਵੀ। ਤੇ ਫਿਰ ਇਹਨਾਂ ਫਕੀਰਾਂ ਦਾ ਕਿਤੇ ਅਚਨਚੇਤ ਮੇਲ ਹੋ ਗਿਆ ਰੂੜੇ ਕੇ ਪਿੰਡ। ਜਦੋਂ ਮੇਲ ਹੋਇਆ ਤੇ ਉਸ ਵਕਤ ਮੈਨੂੰ ਕਹਿਣ ਲੱਗੇ ਫਕਰ ਫਕੀਰ ਕੌਣ ਹੈ? ਮੈਂ ਕਿਹਾ ਵੇਖ ਲਓ, ਨੇੜੇ ਹੋ ਕੇ ਵੇਖੋ ਇਹਨਾਂ ਨੂੰ। ਇਸ ਤਰ੍ਹਾਂ ਹੀ ਬਸ ਜੇ ਇਸ਼ਨਾਨ ਕਰਾਤਾ ਕਰ ਲਿਆ, ਪ੍ਰਸ਼ਾਦਾ ਛਕਾਤਾ ਛਕ ਲਿਆ, ਨਹੀਂ ਕੋਈ ਇੱਛਾ ਨਹੀਂ ਮਨ ਵਿੱਚ, ਕਹਿਣਾ ਨਹੀਂ ਵੀ ਲਿਆ ਕੇ ਦਿਓ ਰੋਟੀ ਮੈਨੂੰ। ਮੈਂ ਕਿਹਾ ਲੈ ਲਓ ਲਾਹਾ ਜੇ ਲਿਆ ਜਾਂਦਾ, ਪਰ ਸਾਡੇ ਨਗਰ ਵਾਲੇ ਤਾਂ ਨਹੀਂ ਲਾਹਾ ਲੈ ਸਕੇ। ਉਹ ਸਾਰ ਕੁਤਾਬਲੀ ਵਾਲੇ ਨੇ ਲਿਖਿਆ ਨਾਨਕੇ ਦਾਦਕੇ ਬਾਲੀ ਤੇ ਤਿੰਨੇ ਜਾਣ ਸਾਧ ਤੋਂ ਖਾਲੀ। ਕਹਿੰਦੇ ਲਾਹਾ ਨਹੀਂ ਲੈ ਸਕਦਾ। ਇੱਕ ਨਾਨਕੇ ਹੋਏ, ਇੱਕ ਦਾਦਕੇ ਹੋਏ, ਬਾਲੀ ਨਾਲ ਦੇ ਖੇਡਣ ਵਾਲੇ। ਉਹ ਕਹਿੰਦੇ ਅਸੀਂ ਤਾਂ ਸਾਡਾ ਹੀ ਮੁੰਡਾ ਇਹ, ਸਾਡਾ ਹੀ ਭਤੀਜਾ ਯਾਰ ਇਹ, ਅੱਜ ਬਾਬਾ ਬਣ ਗਿਆ ਵੱਡਾ ਇਹ, ਉਹ ਲਾਹਾ ਨਹੀਂ ਲੈ ਸਕਦੇ। ਮੈਂ ਕਿਹਾ ਦੇਖ ਲਓ ਜੇ ਤੁਹਾਨੂੰ ਲਾਹਾ ਮਿਲਦਾ ਲੈ ਕੇ ਗੱਡੀ ਵਿੱਚ ਬਿਠਾ ਕੇ ਆਪਣੇ ਸਥਾਨ ਤੇ ਜਾ ਕੇ ਅਰਜ਼ ਕਰੀ ਸਾਡੇ ਘਰ ਵਿੱਚ ਕੋਈ ਬੱਚਾ ਨਹੀਂ। ਇਹ ਹਕੀਕਤ ਹੈ, ਬਣਾਈ ਹੋਈ ਗੱਲ ਨਹੀਂ। ਅੱਜ ਤੁਸੀਂ ਉਹਨਾਂ ਨੂੰ ਪੁੱਛੋ ਉੱਥੇ ਖੜਾ ਕੇ ਵੀ ਤੁਹਾਡੇ ਘਰ ਦੇ ਵਿੱਚ ਇਹ ਕੁਝ ਹੋਇਆ, ਉਹ ਤੁਹਾਨੂੰ ਆਪ ਬੋਲ ਕੇ ਦੱਸਣਗੇ ਸਾਰਾ ਕੁਝ। ਡਾਕਟਰਾਂ ਨੇ ਜਵਾਬ ਦਿੱਤਾ 18 ਸਾਲਾਂ ਦੀਆਂ ਰਿਪੋਰਟਾਂ ਸੀ ਸਾਡੇ ਕੋਲੇ, ਮੈਂ ਨਾਲ ਰਿਹਾ ਉਹਨਾਂ ਦੇ। 18 ਸਾਲਾਂ ਦੀਆਂ ਰਿਪੋਰਟਾਂ ਅਸੀਂ ਲਿਆ ਕੇ ਅੱਗੇ ਰੱਖ ਦਿੱਤੀਆਂ ਵੀ ਆ ਇਹਨਾਂ ਦੇ ਘਰ ਵਿੱਚ ਪੁੱਤਰ ਨਹੀਂ। ਚੱਕੀਆਂ ਸਾਰੀਆਂ ਪਾੜਤੀਆਂ ਰਿਪੋਰਟਾਂ, ਕਾਗਜ਼ਾਂ ਖਿਲਾਰਤੇ ਤੇ ਮੁਖ ਵਿੱਚੋਂ ਕੀ ਨਿਕਲਿਆ? ਹੋਊਗਾ ਪਰਮਾਤਮਾ। ਬਸ ਇੰਨਾ ਹੀ ਬੋਲਦੇ, ਸਮਝ ਘੱਟ ਆਉਂਦੀ ਸੀ ਉਹਨਾਂ ਦੀ। ਹੋਊਗਾ। ਤੇ ਦੇਖ ਲਓ ਫਿਰ ਜਿੱਦੇ ਉਹਨਾਂ ਨੇ ਸਰੀਰ ਛੱਡਿਆ ਨਾ, ਉਹਨਾਂ ਨੂੰ ਜਿਹੜੀ ਉਹ ਬਵਾਸੀਰ ਸੀ ਜ਼ਿਆਦਾ ਹੋ ਗਈ, ਹਸਪਤਾਲ ਦੇ ਵਿੱਚ ਲੈ ਗਏ ਬਰਨਾਲੇ ਚੁੱਕ ਕੇ। ਉਧਰੋਂ ਸਰੀਰ ਛੱਡਿਆ ਤੇ ਉਧਰ ਉਹਨਾਂ ਸੰਤਾਂ ਦੇ ਘਰ ਦੇ ਵਿੱਚ ਬੱਚੀ ਨੇ ਜਨਮ ਲਿਆ, ਬੱਚੀ ਬਣ ਕੇ। ਅੱਜ ਉਹ ਬੱਚੀ ਤਕਰੀਬਨ ਕਾਫੀ ਵੱਡੀ ਹੋਈ ਹੈ, ਪੜ੍ਹਦੀ ਹੈ 5ਵੀਂ 6ਵੀਂ ਦੇ ਵਿੱਚ, ਤੇ ਨਾਲ ਵਚਨ ਕਰਤਾ ਵੀ ਹੋਊਗਾ। ਤੇ ਅੱਜ ਉਹਨਾਂ ਫਕੀਰਾਂ ਦੇ ਉਸ ਸਥਾਨ ਦੇ ਉੱਤੇ ਜਿਹੜਾ ਸਮਾਗਮ ਹੈ ਭਾਈ, ਜਿਨ੍ਹਾਂ ਕੋਲੇ ਸਮਾਂ ਹੋਇਆ, ਜ਼ਰੂਰ ਸਮੇਂ ਵਿੱਚ ਸਮਾਂ ਕੱਢ ਕੇ ਸ਼੍ਰੀ ਅਖੰਡ ਪਾਠਾਂ ਦੇ ਭੋਗ ਪੈਣਗੇ। ਤਕਰੀਬਨ ਤੁਹਾਡੀ ਕਿਰਪਾ ਦੇ ਨਾਲ ਇਸ ਇਲਾਕੇ ਦੇ ਵਿੱਚ ਨੇੜੇ ਜਿਤਨੇ ਵੀ ਹੈ ਦਾਸਾਂ ਦੀ ਜ਼ਿੰਮੇਵਾਰੀ ਹੁੰਦੀ ਹੈ। ਉੱਥੇ ਪਹਿਲਾਂ ਖੂਹ ਤੇ ਅਖੰਡ ਪਾਠ ਹੋਇਆ, ਉੱਥੇ ਵੀ ਸਾਡੀ ਜ਼ਿੰਮੇਵਾਰੀ ਸੀ, ਇੱਥੇ ਵੀ ਜਿਹੜੀ ਜ਼ਿੰਮੇਵਾਰੀ ਸਾਡੀ ਹੋਈ ਹੈ, ਪਰ ਕਿਰਪਾ ਤੁਹਾਡੀ ਸਾਧ ਸੰਗਤ ਦੀ ਹੈ। ਤੇ ਤਾਂ ਕਰਕੇ ਜ਼ਿੰਮੇਵਾਰ ਦੇ ਹੋਣ ਦੇ ਨਾਤੇ ਫਿਰ ਕਹਿ ਦਿੰਦੇ ਆ ਭਾਈ ਜਿਨ੍ਹਾਂ ਕੋਲ ਸਮਾਂ ਜ਼ਰੂਰ ਆਉਣ ਦੀ ਕਿਰਪਾ। ਅੱਜ ਵੀ ਫਿਰ ਉੱਥੇ ਯਾਦ ਕਰਦੇ ਹਨ। ਉਹ ਕੀ ਕਹਿੰਦੇ ਜੀ? ਫਕਰ ਫਕੀਰਾਂ ਡੇਰੇ ਮੇਲੇ ਲੱਗਦੇ ਮੇਲੇ, ਫਕਰ ਫਕੀਰਾਂ ਡੇਰੇ ਮੇਲੇ ਲੱਗਦੇ ਫਕਰ ਫਕੀਰਾਂ ਮੇਲੇ ਲੱਗਦੇ ਫਕਰ ਫਕੀਰਾਂ ਡੇਰੇ ਮੇਲੇ ਲੱਗਦੇ ਫਕਰ ਫਕੀਰਾਂ ਡੇਰੇ ਮੇਲੇ ਲੱਗਦੇ ਹਾਂਜੀ ਫਕਰ ਫਕੀਰਾਂ ਡੇਰੇ ਮੇਲੇ ਲੱਗਦੇ ਫਕਰ ਫਕੀਰਾਂ ਡੇਰੇ ਮੇਲੇ ਲੱਗਦੇ ਫਕਰ ਫਕੀਰਾਂ ਡੇਰੇ ਮੇਲੇ ਲੱਗਦੇ ਫਕੀਰਾਂ ਡੇਰੇ ਮੇਲੇ ਲੱਗਦੇ ਫਕਰ ਫਕੀਰਾਂ ਡੇਰੇ ਮੇਲੇ ਲੱਗਦੇ 11 ਤਰੀਕ ਹੈ, ਕੱਲ ਨੂੰ 12 ਦੀ ਸੰਗਰਾਂਦ ਆਪਣੇ ਸਥਾਨ ਦੇ ਉੱਤੇ ਹੈ ਤੇ ਕੱਲ ਨੂੰ ਭੋਗ ਵੀ ਪੈਣਗੇ। ਗੁਰੂ ਕਾ ਲੰਗਰ ਵੀ ਤਿਆਰ ਹੋਣਾ ਹੈ। ਸਰਬ ਸੰਗਤਾਂ ਨੇ ਵੱਧ ਚੜ ਕੇ ਹਾਜ਼ਰੀਆਂ ਭਰ ਕੇ ਵਸਤਾਂ ਪਾ ਕੇ ਲੰਗਰਾਂ ਦੇ ਵਿੱਚ ਕੜਾਹ ਪ੍ਰਸ਼ਾਦੀ ਦੇਗ ਦੇ ਵਿੱਚ ਪਾਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਖੁਸ਼ੀਆਂ ਲੈਣੀ ਨੇ। ਫੱਗਣ ਦਾ ਮਹੀਨਾ ਕੱਲ ਨੂੰ ਸ਼ੁਰੂ ਹੋ ਜਾਣਾ, ਇਹ ਮਾਘ ਦਾ ਮਹੀਨਾ ਸਮਾਪਤ ਹੋ ਜਾਣਾ। ਵੱਧ ਚੜ ਕੇ ਸੰਗਤਾਂ ਨੇ ਅੰਮ੍ਰਿਤ ਵੇਲੇ ਹਾਜ਼ਰੀਆਂ ਵੀ ਭਰਨੀਆਂ ਸਥਾਨ ਦੇ ਉੱਤੇ ਵੀ। ਅੱਜ ਵੀ ਜਿਨ੍ਹਾਂ ਕੋਲ ਸਮਾਂ ਹੋਇਆ ਜ਼ਰੂਰ, ਜਦੋਂ ਦਰਾਜ ਪਿੰਡ ਤੋਂ ਜਾਓਗੇ ਨਾ ਪਰਲੇ ਪਾਸੇ ਅਲੀ ਕੇ ਵਾਲਾ ਰੋਡ ਪੈ ਜਾਂਦਾ, ਉਹਦੇ ਉੱਤੇ ਜਮਾਂ ਹੀ ਸੜਕ ਦੇ ਉੱਤੇ ਹੀ ਸਮਾਗਮ ਚੱਲਣਾ। ਉੱਥੇ 12 ਵਜੇ ਤੱਕ ਤਕਰੀਬਨ 9 ਵਜੇ ਅਖੰਡ ਪਾਠਾਂ ਦੇ ਭੋਗ ਪੈ ਕੇ ਕੀਰਤਨ ਸ਼ੁਰੂ ਹੋ ਜਾਂਦਾ ਹੈ। 12 ਵਜੇ ਸਹੀ ਸਮਾਪਤੀ ਹੋ ਜਾਂਦੀ। ਜਿਨ੍ਹਾਂ ਕੋਲ ਸਮਾਂ ਜ਼ਰੂਰ ਪਹੁੰਚ ਕੇ ਲਾਹੇ ਪ੍ਰਾਪਤ ਕਰਿਓ। ਰਾਮ ਕਲੀ ਮਹਲਾ ਤੀਜਾ।
ਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਮੁਕਤਾ ਪਾਇਆ ਸਹਿ ਸਿੱਧੀ ਮਨਵਤੀਆਂ ਵਧਾਈਆਂ ਰਾਗ ਸੰਪਰ ਵਾਰ ਪਰੀਆਂ ਸ਼ਬਦ ਗਾਵੇਂ ਆਈਆਂ ਗਾਓ ਹਰੀ ਤੇਰਾ ਮਨ ਜਨੀ ਵਸਾਇਆ ਐ ਨਾਨਕ ਅਨੰਤ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਅਗੋ ਨਜ਼ਾਰੋ ਹਰਨਾਲੀ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰੋਂ ਕਰੇ ਤੇਰਾ ਕਰ ਦਸ ਵਾਰਣਾ ਅਬਲਾ ਸਮਰਥਮੀ ਜੋ ਕਮਨ ਵਿਸਾਰੇ ਹੈ ਨਾਨਕ ਮਨ ਮੇਰੇ ਸਦਾਰੋ ਹਰਨਾਲੀ ਆਟੇ ਸਾਹਿਬਾਨ ਕਿਆ ਨਹੀਂ ਕਰਤੇ ਰਹਿ ਐ ਦੇ ਸੋ ਪਾਵੇ ਸਦਾ ਸਿਰਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿੰਦੇ ਮਨ ਵਸਿਆ ਬਾਜੇ ਜੁਗ ਕਨੇਰੇ ਐ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਤਿ ਨਾਮ ਮੇਰਾ ਆਧਾਰੋ ਸਤਿ ਨਾਮ ਆਧਾਰ ਮੇਰਾ ਜਨ ਭੁਖਾ ਸਭ ਗੁਹਾਈਆਂ ਕਰ ਸ਼ਾਨ ਸੁਖ ਮਨ ਵਸਿਆ ਜਿਨੀ ਇੱਛਾ ਸਭ ਪੁਜਾਈਆਂ ਸਦਾ ਗੁਰਵਾਨ ਗੁਤਾ ਗੁਰੂ ਵਿਟੋ ਜੀ ਦੀਆਂ ਵਡਿਆਈਆਂ ਐ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸਤਿ ਨਾਮ ਮੇਰਾ ਆਧਾਰੋ ਅਤੇ ਪੰਜ ਸ਼ਬਦ ਤਿਤ ਕਰ ਸੁਭਗੈ ਭਗ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ ਪੰਜ ਦੂਤ ਦੁਗਤ ਕੀਤੇ ਕਾਲ ਘੰਟ ਮਾਰਿਆ ਕਰਮ ਪਾਇਆ ਤੁਜਨ ਕੋ ਸੇ ਨਾ ਮਰ ਕੇ ਲਾਗੇ ਐ ਨਾਨਕ ਦਾਸ ਕੋ ਆਦਿਤ ਕਰ ਅਨਹਦ ਵਾਜੇ ਸੁਨੋ ਬੜ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤੇ ਸਗਲ ਦੂਰੇ ਦ੍ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਜਾਣੀ ਸੁਤੇ ਬ੍ਰਿੰਕਾ ਸੇਵ ਸਤਿਗੁਰੇ ਆ ਭਰਪੂਰੇ ਸੰਤਨਾਨ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ